ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ 9th ਕਲਾਸ ਦਾ ਬੱਚਿਓ ਚੈਪਟਰ ਨੰਬਰ 9th ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸਾਈਨਮੈਂਟ ਦਾ ਨੰਬਰ ਸਾਡਾ ਹੈਗਾ ਬੱਚਿਓ 178। ਠੀਕ ਹੈ ਜੀ, ਚਲੋ ਸ਼ੁਰੂ ਕਰਦੇ ਹਾਂ। ਇਸ ਅਸਾਈਨਮੈਂਟ ਦੇ ਵਿੱਚ ਬੱਚਿਓ ਮੈਂ ਹੁਣੇ ਦੱਸਿਆ ਕਿ ਅਸੀਂ ਚੈਪਟਰ 9 ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਦਾ 9th ਦਾ ਨਾਮ ਹੈਗਾ ਬੱਚਿਓ ਏਰੀਆਜ਼ ਆਫ ਪੈਰਲਲੋਗ੍ਰਾਮ ਐਂਡ ਟਰਾਇਐਂਗਲਸ, ਕਿ ਸਮਾਂਤਰ ਚਤੁਰਭੁਜ ਅਤੇ ਤ੍ਰਿਭੁਜਾਂ ਦੇ ਜਿਹੜੇ ਹੈਗੇ ਖੇਤਰਫਲ, ਇਹ ਅਸੀਂ ਚੈਪਟਰ ਬਾਰੇ ਅਸੀਂ ਡਿਸਕਸ ਕਰਾਂਗੇ। ਤੇ ਅੱਜ ਅਸੀਂ ਬਸ ਬਹੁਤ ਛੋਟੀ ਜਿਹੀ ਅਸੀਂ ਇੰਟਰੋਡਕਸ਼ਨ ਹੀ ਕਰਨੀ ਆ। ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਓ ਅਸੀਂ ਥੋੜ੍ਹੇ ਜਿਹੇ ਕੀ ਟਰਮਸ ਜਿਹੜੇ ਹੈਗੇ ਉਹ ਅਸੀਂ ਰਿਵਾਈਜ਼ ਕਰਨੇ ਆ, ਕਿ ਜਿਹੜੇ ਇੰਪੋਰਟੈਂਟ ਚੀਜ਼ਾਂ ਸਾਡੇ ਚੈਪਟਰ 'ਚ ਅਸੀਂ ਅੱਗੇ ਪੜ੍ਹਾਂਗੇ ਉਹ ਕੀ ਹੈਗੀ ਆ। ਸਭ ਤੋਂ ਪਹਿਲਾਂ ਤਾਂ ਕੰਸੈਪਟ ਅਸੀਂ ਕਲੀਅਰ ਕਰਨਾ ਹੈਗਾ ਬੱਚਿਓ ਏਰੀਆ ਦਾ। ਠੀਕ ਹੈ ਜੀ, ਸਭ ਤੋਂ ਪਹਿਲਾਂ ਅਸੀਂ ਹੁਣ ਡਿਸਕਸ ਕਰਾਂਗੇ ਏਰੀਆ ਕੀ ਹੈਗਾ। ਦੂਜਾ ਪੁਆਇੰਟ ਅਸੀਂ ਡਿਸਕਸ ਕਰਨਾ ਹੈਗਾ ਆ ਕਿ ਏਰੀਆ ਆਫ ਪੈਰਲਲੋਗ੍ਰਾਮ, ਜਿਹੜਾ ਸਮਾਂਤਰ ਚਤੁਰਭੁਜ ਹੁੰਦਾ ਆ ਉਹਦਾ ਖੇਤਰਫਲ ਦਾ ਸੂਤਰ ਕੀ ਹੈਗਾ ਹੈ। ਤੀਜਾ ਅਸੀਂ ਕਰਨਾ ਹੈਗਾ ਆ ਏਰੀਆ ਆਫ ਟਰਾਇਐਂਗਲ ਮੈਂ ਥੋੜੀ ਸ਼ਾਰਟਕਟ ਫਾਰਮ ਦੇ ਵਿੱਚ ਲਿਖਿਆ ਹੈਗਾ। ਟਰਾਇਐਂਗਲ ਦਾ ਅਸੀਂ ਕੀ ਕਰਨਾ ਹੈਗਾ ਏਰੀਆ। ਤੇ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਖੇਤਰਫਲ ਕੀ ਹੈਗਾ। ਠੀਕ ਹੈ, ਇੱਥੇ ਆ ਕੇ ਦੇਖੀਏ ਖੇਤਰਫਲ ਕੀ ਹੈਗਾ ਆ। ਕੋਈ ਵੀ ਪਲੇਨ ਸਰਫੇਸ ਦੇ ਉੱਤੇ ਕੋਈ ਵੀ ਜਦੋਂ ਇੱਕ ਕਲੋਜ਼ਡ ਜਿਓਮੈਟਰੀਕਲ ਫਿਗਰ ਅਸੀਂ ਬਣਾਉਂਦੇ ਹਾਂ, ਠੀਕ ਹੈ ਜੀ, ਤੇ ਉਹਦੇ ਅੰਦਰ ਉਹ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਉਹਨੇ ਕਵਰ ਕੀਤਾ ਹੈਗਾ ਉਹ ਏਰੀਆ ਹੁੰਦਾ। ਜਿੱਦਾਂ ਸਪੋਜ਼ ਕਰੋ ਪਹਿਲੀ ਫਿਗਰ ਹੈਗੀ ਆ, ਠੀਕ ਹੈ ਜੀ, ਇੱਕ ਟਰਾਇੰਗਲ ਹੈਗਾ। ਹੁਣ ਜਿੰਨਾ ਕੁ ਤੁਹਾਨੂੰ ਇੱਥੇ ਇਹ ਯੈਲੋ ਪੋਰਸ਼ਨ ਨਜ਼ਰ ਆ ਰਿਹਾ, ਠੀਕ ਹੈ, ਜਿੰਨਾ ਕਿ ਇਹਨੇ ਜਿਹੜਾ ਸਰਫੇਸ ਇਹਦਾ ਹੈਗਾ ਨਾ, ਆ ਦੇਖੋ ਯੈਲੋ ਫਿਲਹਾਲ ਮੈਂ ਇਹਨੂੰ ਰੈੱਡ ਕਰਤਾ, ਠੀਕ ਹੈ। ਆ ਜਿਹੜਾ ਯੈਲੋ ਪੋਰਸ਼ਨ ਹੈਗਾ ਇਹ ਇਹਦਾ ਕੀ ਹੈਗਾ ਖੇਤਰਫਲ ਹੈਗਾ, ਠੀਕ ਹੈ। ਤੇ ਪ੍ਰੋਵਾਈਡਡ ਕੰਡੀਸ਼ਨ ਕੀ ਹੈਗੀ ਆ, ਇੱਕ ਕਲੋਜ਼ਡ ਜਿਓਮੈਟਰੀਕਲ ਫਿਗਰ ਹੋਣੀ ਚਾਹੀਦੀ। ਕਲੋਜ਼ਡ ਮਤਲਬ ਸਾਰੇ ਸਾਈਡਸ ਤੋਂ ਇਹ ਬੰਦ ਹੋਣੀ ਚਾਹੀਦੀ, ਕਿਸੇ ਵੀ ਸਾਈਡ ਤੋਂ ਇਹ ਖੁੱਲੀ ਨਾ ਹੋਵੇ। ਜਿੱਦਾਂ ਸਪੋਜ਼ ਕਰੋ ਜੇ ਮੇਰੀ ਡਾਇਗਰਾਮ ਮੈਂ ਇੱਦਾਂ ਬਣਾ ਦਿੰਨੀ ਇੱਦਾਂ, ਠੀਕ ਹੈ ਜੀ। ਹੁਣ ਇਹਦਾ ਖੇਤਰਫਲ ਤੇ ਨਹੀਂ ਅਸੀਂ ਦੇਖ ਸਕਦੇ, ਠੀਕ ਹੈ। ਆ ਕੀ ਹੈਗਾ ਇਹਦਾ, ਪਰ ਕੀ ਹੈਗੀ ਇਹਦੀ ਉੱਪਰ ਵਾਲੀ ਜਿਹੜੀ ਭੁਜਾ ਹੈਗੀ ਇਹਨੂੰ ਅਸੀਂ ਬੰਦ ਨਹੀਂ ਕੀਤਾ, ਇਹ ਬੰਦ ਹੋਣੀ ਚਾਹੀਦੀ ਸੀਗੀ, ਤਾਂ ਕਰਕੇ ਇਹਦਾ ਬਣ ਸਕਦਾ ਸੀਗਾ ਖੇਤਰਫਲ, ਠੀਕ ਹੈ ਜੀ। ਤੇ ਇੱਕ ਵਾਰੀ ਦੁਬਾਰਾ ਦੱਸਦਾ, ਜਿਹੜਾ ਖੇਤਰਫਲ ਹੈਗਾ ਉਹ ਕੀ ਹੈਗਾ ਆ ਕਿ ਪਲੇਨ ਸਰਫੇਸ ਦੇ ਉੱਤੇ ਕੋਈ ਵੀ ਅਸੀਂ ਜਿਓਮੈਟਰੀਕਲ ਡਾਇਗਰਾਮ ਬਣਾਉਂਦੇ ਆ, ਉਸ ਜਿਓਮੈਟਰੀਕਲ ਡਾਇਗਰਾਮ ਦੇ ਅੰਦਰੂਨੀ ਵਾਲਾ ਕਿੰਨਾ ਹਿੱਸਾ ਡਾਇਗਰਾਮ ਦਾ ਹੈਗਾ ਉਹ ਉਹਦਾ ਕੀ ਹੁੰਦਾ ਆ ਖੇਤਰਫਲ। ਜਿੱਦਾਂ ਲਾਸਟ ਡਾਇਗਰਾਮ ਦੇ ਵਿੱਚ ਜਿੰਨਾ ਵੀ ਪਿੰਕ ਪੋਰਸ਼ਨ ਹੈਗਾ ਆ, ਠੀਕ ਹੈ, ਉਹਦਾ ਕੀ ਹੈਗਾ ਆ ਖੇਤਰਫਲ। ਇਹ ਕੁਛ ਮੈਂ ਤੁਹਾਨੂੰ ਕਲੋਜ਼ਡ ਫਿਗਰਸ ਜਿਹੜੀਆਂ ਦਿਖਾਈਆਂ ਹੋਈਆਂ ਤਾਂ ਕਿ ਤੁਹਾਡਾ ਕੰਸੈਪਟ ਕਲੀਅਰ ਹੋ ਜੇ, ਠੀਕ ਹੈ। ਸਪੋਜ਼ ਕਰੋ ਜਿੱਦਾਂ ਕੋਈ ਖੇਤ ਹੈਗਾ ਆ, ਖੇਤ ਦੇ ਵਿੱਚ ਜਿੱਥੇ ਜਿੱਥੇ ਮਿੱਟੀ ਪਈ ਹੈਗੀ ਆ, ਜਿੱਥੇ ਜਿੱਥੇ ਬੂਟੇ ਲਗਾਉਂਦੇ ਆ, ਠੀਕ ਹੈ, ਉਹ ਸਾਰਾ ਜਿਹੜਾ ਹੈਗਾ ਉਹ ਸਾਰਾ ਪੋਰਸ਼ਨ ਉਹਦੇ ਏਰੀਆ 'ਚ ਕਾਊਂਟ ਹੁੰਦਾ ਆ, ਠੀਕ ਹੈ। ਆ ਸਾਈਡ 'ਤੇ ਖੇਤ ਦੀ ਬਾਉਂਡਰੀ ਆ ਗਈ, ਤੇ ਖੇਤ ਦੇ ਅੰਦਰ ਜਿਹੜਾ ਪੋਰਸ਼ਨ ਹੈਗਾ ਉਹ ਸਾਰਾ ਉਹ ਜਿਹੜਾ ਖੇਤ ਹੈਗਾ ਉਹਦਾ ਖੇਤਰਫਲ ਹੋਏਗਾ, ਠੀਕ ਹੈ ਜੀ। ਹੁਣ ਅਸੀਂ ਅੱਗੇ ਨੈਕਸਟ ਕਰਨਾ ਹੈਗਾ ਕਿ ਇੱਕ ਜਿਹੜਾ ਸਮਾਂਤਰ ਚਤੁਰਭੁਜ ਹੈਗਾ ਉਹਦੇ ਖੇਤਰਫਲ ਦਾ ਸੂਤਰ ਕੀ ਹੁੰਦਾ, ਠੀਕ ਹੈ। ਏਰੀਆ ਜਿਹੜਾ ਹੁੰਦਾ ਸਮਾਂਤਰ ਚਤੁਰਭੁਜ ਦਾ ਉਹ ਹੁੰਦਾ ਆ ਆਧਾਰ ਗੁਣਾ ਲੰਬ, ਠੀਕ ਹੈ ਜੀ। ਆਧਾਰ ਹੋ ਗਿਆ ਬੇਸ, ਜਿਹੜਾ ਕਿ ਮੈਂ ਇੱਥੇ ਲਿਖਿਆ ਹੋਇਆ ਬੇਸ, ਗੁਣਾ ਲੰਬ ਹੋ ਗਿਆ ਉਹਦੀ ਹਾਈਟ, ਠੀਕ ਹੈ। ਸਮਾਂਤਰ ਚਤੁਰਭੁਜ ਜਿਹੜਾ ਹੈਗਾ ਉਹਦੀਆਂ ਆਪੋਜ਼ਿਟ ਜਿਹੜੀਆਂ ਸਾਈਡਸ ਹੈਗੀਆਂ ਬੱਚੇ ਉਹ ਕੀ ਹੁੰਦੀਆਂ ਇਕੁਅਲ ਹੁੰਦੀਆਂ, ਨਾਲ ਹੀ ਉਹ ਕੀ ਹੁੰਦੀਆਂ ਸਮਾਂਤਰ ਹੁੰਦੀਆਂ। ਜਿੱਦਾਂ ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੋਏਗੀ, ਆਹ ਵਾਲੀ ਭੁਜਾ ਇਹਦੇ ਸਨਮੁਖ ਜਿਹੜੀ ਆਪੋਜ਼ਿਟ ਸਾਈਡ ਹੈਗੀ ਇਹਦੇ ਬਰਾਬਰ ਹੋਏਗੀ, ਨਾਲ ਹੀ ਇਹਦੇ ਸਮਾਂਤਰ ਹੋਏਗੀ। ਤੇ ਇਹਦਾ ਜੇ ਮੈਂ ਖੇਤਰਫਲ ਕੱਢਣਾ ਹੋਏਗਾ, ਇਹਦਾ ਖੇਤਰਫਲ ਕਿੱਦਾਂ ਨਿਕਲੇਗਾ, ਇਹਦਾ ਜੋ ਵੀ ਆਧਾਰ ਹੈਗਾ ਹੈ, ਮੰਨ ਲਓ ਇਹ B ਹੈਗਾ ਹੈ, ਤੇ ਇਸੇ ਸਮਾਂਤਰ ਚਤੁਰਭੁਜ ਦਾ ਜਿਹੜੀ ਮੈਂ ਹਾਈਟ ਕੱਢ ਲੂੰਗੀ H, ਠੀਕ ਹੈ, ਤੇ ਇਹਦਾ ਟੋਟਲ ਏਰੀਆ ਕਿੰਨਾ ਆ ਜਾਏਗਾ B ਗੁਣਾ H, ਠੀਕ ਹੈ। ਅੱਗੇ ਆ ਜੀ ਅਸੀਂ ਟਰਾਇੰਗਲ ਵੱਲ। ਟਰਾਇੰਗਲ ਦਾ ਖੇਤਰਫਲ ਤੁਹਾਨੂੰ ਪਤਾ ਹੈਗਾ ਆ ਕੀ ਹੁੰਦਾ ਆ, ਹਾਫ ਗੁਣਾ ਆਧਾਰ ਗੁਣਾ ਲੰਬ। ਹਾਫ ਗੁਣਾ ਉਹੀ ਹੋ ਗਿਆ ਆਧਾਰ ਗੁਣਾ ਲੰਬ। ਆਧਾਰ ਗੁਣਾ ਲੰਬ ਹੁਣੇ ਆਪਾਂ ਪੈਰਲਲੋਗ੍ਰਾਮ 'ਚ ਵੀ ਕਰਕੇ ਹਟੇ ਆ, ਬਸ ਯਾਦ ਰੱਖਿਓ ਉਹਦੇ ਵਿੱਚ ਹਾਫ ਨਹੀਂ ਲੱਗਦਾ, ਇਹਦੇ ਵਿੱਚ ਹਾਫ ਹੋਏਗਾ। ਕੋਈ ਵੀ ਟਰਾਇੰਗਲ ਹੈਗਾ ਬੱਚਿਓ ਸਾਡੇ ਕੋਲ, ਉਹਦੀ ਇੱਕ ਸਾਨੂੰ ਹਾਈਟ ਦਿੱਤੀ ਹੋਈ ਆ ਤੇ ਉਹਦੀ ਸਾਨੂੰ ਬੇਸ ਦਿੱਤੀ ਹੋਏਗੀ, ਠੀਕ ਹੈ, ਤੇ ਉਹਦਾ ਖੇਤਰਫਲ ਕੀ ਆ ਜਾਏਗਾ ਹਾਫ ਗੁਣਾ B ਹੋ ਗਿਆ ਆਧਾਰ ਤੇ ਲੰਬ ਹੋ ਗਿਆ H, ਹਾਫ ਇੰਟੂ B ਇੰਟੂ H। ਇਹ ਹੁੰਦਾ ਟਰਾਇੰਗਲ ਦਾ ਖੇਤਰਫਲ। ਹੁਣ ਕੰਸੈਪਟ ਆਉਂਦਾ ਆ ਕਿਹੜਾ, ਥੋੜਾ ਜ਼ੂਮ ਕਰ ਲਵਾਂ ਮੈਂ। ਹੁਣ ਅਸੀਂ ਕੀ ਕਰਨੀਆਂ ਹੈਗੀਆਂ ਉਹ ਡਾਇਗਰਾਮਸ, ਉਹ ਆਕ੍ਰਿਤੀਆਂ ਕਰਨੀਆਂ ਜਿਹੜੀਆਂ ਕਿ ਕਾਮਨ ਬੇਸ, ਇੱਕ ਹੀ ਆਧਾਰ ਅਤੇ
ਇੱਕ ਹੀ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣਗੇ। ਔਨ ਦ ਕਾਮਨ ਬੇਸ ਐਂਡ ਬਿਟਵੀਨ ਹੋਇਆ ਵਿਚਕਾਰ, ਸੇਮ ਪੈਰਲਲਸ ਹੋਇਆ ਸਮਾਂਤਰ ਰੇਖਾਵਾਂ ਦੇ ਵਿਚਕਾਰ, ਇੱਕੋ ਹੀ ਸਮਾਂਤਰ ਰੇਖਾਵਾਂ ਦੇ ਵਿਚਕਾਰ। ਕਹਿੰਦੇ ਕੋਈ ਵੀ ਦੋ ਸ਼ੇਪਸ ਜਿਹੜੀਆਂ ਹੈਗੀਆਂ ਉਹਨੂੰ ਆਪਾਂ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਦੇ ਵਿੱਚ ਕਦੋਂ ਕਵਾਂਗੇ? ਜਦੋਂ ਪਹਿਲੀ ਕੰਡੀਸ਼ਨ ਕੀ ਹੈਗੀ? ਦੇ ਹੈਵ ਅ ਕਾਮਨ ਸਾਈਡ, ਉਹਨਾਂ ਦੀ ਇੱਕ ਭੁਜਾ ਜਿਹੜੀ ਹੈਗੀ ਉਹ ਜ਼ਰੂਰ ਸਾਂਝੀ ਹੋਏਗੀ। ਠੀਕ ਹੈ, ਜਿੱਦਾਂ ਹੁਣ ਮੈਂ ਨੀਚੇ ਡਾਇਗਰਾਮ ਦਿਖਾਉਣ ਲੱਗੀ ਹਾਂ। ਇਹ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਵਾਂ ਕਿ ਜਿਹੜੀ ਭੁਜਾ ਇਹਨਾਂ ਦੀ ਸਾਂਝੀ ਭੁਜਾ ਹੈਗੀ ਉਹ ਹੈਗੀ ਆ AB। ਠੀਕ ਹੈ, A ਤੇ B, ਆ ਜਿਹੜੀ ਭੁਜਾ ਹੈਗੀ ਇਹ ਇਹਨਾਂ ਦੀ ਸਾਂਝੀ ਭੁਜਾ ਹੈਗੀ ਆ। ਠੀਕ ਹੈ, ਤੇ ਦੋ ਸਮਾਂਤਰ ਰੇਖਾਵਾਂ ਕਿਹੜੀਆਂ ਨੇ? ਦੇਖੋ, ਇੱਕ ਆ ਵਾਲੀ ਰੇਖਾ, ਇੱਕ ਆ ਵਾਲੀ ਰੇਖਾ, ਮਤਲਬ P ਤੋਂ ਲੈ ਕੇ ਜਿਹੜੀ ਆ ਲੰਬੀ Q ਜਾ ਰਹੀ ਹੈ ਤੇ A ਤੇ B, ਆ ਦੋਵੇਂ ਰੇਖਾਵਾਂ ਜਿਹੜੀਆਂ ਹੈਗੀਆਂ ਸਮਾਂਤਰ ਰੇਖਾਵਾਂ ਹੈਗੀਆਂ। ਠੀਕ ਹੈ, ਦੂਜਾ ਪੁਆਇੰਟ ਪਹਿਲਾਂ ਪੜ੍ਹ ਲਈਏ, ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਕਹਿੰਦੇ ਜਿਹੜੀ ਸਮਾਂਤਰ ਭੁਜਾ ਹੈਗੀ ਆ, ਠੀਕ ਹੈ, ਜਿਹੜੀ ਕਿ ਕਾਮਨ ਇਹਨਾਂ ਦੀ ਹੈਗੀ, ਜਿਹੜੀ ਕਿ ਸੇਮ ਆਧਾਰ ਹੈਗਾ ਆ, ਉਸ ਸਾਈਡ ਦੇ ਆਪੋਜ਼ਿਟ ਸਾਈਡ 'ਤੇ ਜਿਹੜੀ ਇੱਕ ਪੈਰਲਲ ਲਾਈਨ ਅਸੀਂ ਖਿੱਚਾਂਗੇ ਤੇ ਜਿਹੜੀਆਂ ਵੀ ਸਾਡੀਆਂ ਫਿਗਰਸ ਹੈਗੀਆਂ ਉਹਨਾਂ ਦੇ ਜਿਹੜੇ ਸਿਖਰ ਬਿੰਦੂ ਹੈਗੇ ਆ ਉਹ ਇਸੇ ਲਾਈਨ 'ਤੇ ਹੋਣਗੇ। ਠੀਕ ਹੈ, ਇੱਕ ਹੀ ਆਧਾਰ ਦੇ ਉੱਤੇ ਜਿਹੜੀਆਂ ਵੀ ਫਿਗਰਸ ਬਣੀਆਂ ਆ ਉਹਨਾਂ ਦੇ ਜਿਹੜੇ ਵਰਟਿਸਿਸ ਹੈਗੇ ਆ ਆਪੋਜ਼ਿਟ ਸਾਈਡ, ਉਹ ਉਸੇ ਲਾਈਨ 'ਤੇ ਹੋਣਗੇ ਜਿਹੜੀ ਕਿ ਆਧਾਰ ਦੇ ਕੀ ਹੈਗੀ ਆ? ਪੈਰਲਲ ਹੈਗੀ ਆ। ਆ ਦੇਖੋ, ਮੈਂ ਪੁਆਇੰਟ ਜਿਹੜੇ ਹੈਗੇ ਹਾਈਲਾਈਟ ਕੀਤੇ ਆ, P, F, D, E, C ਤੇ Q, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਬੱਚੇ ਉਹ ਇਸੇ ਲਾਈਨ 'ਤੇ ਹੈਗੇ ਆ। ਠੀਕ ਹੈ, ਤੇ ਪਹਿਲੀ ਆਕ੍ਰਿਤੀ ਜਿਹੜੀ ਹੁਣ ਮੈਂ ਹਾਈਲਾਈਟ ਕਰਕੇ ਦੱਸਣ ਲੱਗੀ ਉਹ ਹੈਗੀ ਆ, ਹੁਣ ਦੇਖਿਓ ਜਰਾ। ਸਭ ਤੋਂ ਪਹਿਲਾਂ ਡਾਇਗਰਾਮ ਜਿਹੜੀ ਆਧਾਰ 'ਤੇ ਬਣੀ ਹੈਗੀ ਉਹ ਹੈਗੀ ਆ ਸਾਡਾ ਤ੍ਰਿਭੁਜ A, B ਤੇ C। ਠੀਕ ਹੈ, ਤੁਹਾਨੂੰ ਥੋੜ੍ਹਾ ਕਲੈਰਿਟੀ ਹੋ ਜਾਏਗੀ ਕਿ ਕੰਸੈਪਟ ਅਸੀਂ ਕਰ ਕੀ ਰਹੇ ਹਾਂ। ABC ਇੱਕ ਤ੍ਰਿਭੁਜ ਹੈਗਾ ਆ। ਠੀਕ ਹੈ, ਇਹਦੀ ਆਧਾਰ ਕੀ ਹੈਗੀ? ਜੇ ਮੈਂ ਪੁੱਛਾਂ ਤੁਹਾਨੂੰ ਹੁਣ ਤੁਸੀਂ ਦੱਸ ਸਕਦੇ ਹੋ ਆਧਾਰ ਕੀ ਹੈਗੀ ਆ, ਬੇਸ ਕੀ ਹੈਗੀ ਆ? AB। ਇੱਕ ਆਕ੍ਰਿਤੀ ਹੋ ਗਈ ਆ ਆ ਵਾਲੀ, ਇੱਕ ਡਾਇਗਰਾਮ, ਇੱਕ ਫਿਗਰ। ਠੀਕ ਹੈ, ਦੂਜੀ ਫਿਗਰ ਹੈਗੀ ਆ ਇੱਕ ਸਮਾਂਤਰ, ਇੱਕ ਹੈਗਾ ਆ ਚਤੁਰਭੁਜ, ਸਮਾਂਤਰ ਚਤੁਰਭੁਜ, ਜਿਹੜਾ ਕਿ ਇਹ ਬਣ ਰਿਹਾ। ਠੀਕ ਹੈ ਜੀ, ਇਹਨੂੰ ਮੈਂ ਥੋੜਾ ਗ੍ਰੀਨ ਕਲਰ ਕਰਨ ਲੱਗੀ ਆ, ਇਹ ਦੇਖੋ। ਠੀਕ ਹੈ ਜੀ, ਹੁਣ ਰੈੱਡ ਦੇ ਉੱਤੇ ਹੀ ਗ੍ਰੀਨ ਹੋ ਜਾਏਗਾ ਕਿਉਂਕਿ ਆ ਚਤੁਰਭੁਜ ਆ ਗਿਆ। ਹੁਣ ਮੈਂ ਕਿਉਂਕਿ ਚਤੁਰਭੁਜ ਕਰਾਉਣ ਲਈ ਆ, ਟਰਾਇੰਗਲ ਦਾ ਤੁਹਾਨੂੰ ਸਮਝ ਆ ਗਿਆ, ਸੋ ਮੈਂ ਉਹਨੂੰ ਹੁਣ ਗ੍ਰੀਨ ਕਰਨ ਲੱਗੀ ਆ। ਇਹ ਆ ਗਿਆ ਸਾਡਾ ਚਤੁਰਭੁਜ, ਸਮਾਂਤਰ ਚਤੁਰਭੁਜ। ਇਹਦੀ ਵੀ ਆਧਾਰ ਪੁੱਛਾ ਕੀ ਹੈਗੀ ਆ? ਇਹਦੀ ਵੀ ਆਧਾਰ ਕੀ ਹੈਗੀ ਆ? AB। ਤੇ ਇਹਦੇ ਆਪੋਜ਼ਿਟ ਵਰਟਿਸਿਸ ਕਿਹੜੇ ਸੀਗੇ? D ਤੇ C। ਉਹ ਕਿਹਦੇ ਉੱਤੇ ਹੈਗੇ ਆ? ਜਿਹੜੀ ਲਾਈਨ ਆਧਾਰ ਦੇ ਕੀ ਹੈਗੀ? ਪੈਰਲਲ, ਸਟ੍ਰੇਟ ਲਾਈਨ ਪੈਰਲਲ ਟੂ ਦਾ ਬੇਸ। ਹੁਣ ਤੀਜੀ ਆਕ੍ਰਿਤੀ ਇੱਕ ਹੋਰ ਹੈਗੀ ਡਾਇਗਰਾਮ ਦੇ ਵਿੱਚ, ਉਹ ਵੀ ਦੇਖ ਲਈਏ ਕਿਹੜੀ ਹੈਗੀ ਆ। ਉਹਨੂੰ ਆਪਾਂ ਥੋੜਾ ਡਿਫਰੈਂਟ ਚ ਕਰੀਏ। ਤੀਜੀ ਹੈਗੀ ਆ A, Q ਤੇ B। ਠੀਕ ਹੈ, ਹੁਣ ਆਹ ਦੇਖੋ, ਆਹ ਵੀ ਜਿਹੜਾ ਟਰਾਇੰਗਲ ਹੈਗਾ ਬੱਚਿਓ, ਇਹਨਾਂ ਦੀ ਬੇਸ ਨਹੀਂ ਬਦਲ ਰਹੀ। ਬੇਸ ਕੀ ਹੈਗੀ? ਬੇਸ ਤੇ ਉਹੀ ਰਹਿ ਰਹੀ ਹੈ, AB। ਠੀਕ ਹੈ ਜੀ, ਇਹ ਹੈਗਾ ਇਹ ਵੀ ਜਿਹੜਾ ਹੈਗਾ, ਤਿੰਨ ਡਾਇਗਰਾਮ ਜਿਹੜੀਆਂ ਹੈਗੀਆਂ ਇਸੇ ਡਾਇਗਰਾਮ 'ਚ ਡਰਾ ਹੋਈਆਂ ਪਈਆਂ, ਜਿਨ੍ਹਾਂ ਦੇ ਆਧਾਰ ਜਿਹੜੇ ਹੈਗੇ ਆ, ਜਿਨ੍ਹਾਂ ਦੇ ਜਿਹੜਾ ਆਧਾਰ ਹੈਗਾ ਆ ਉਹ ਕੀ ਹੈਗਾ ਆ? ਸੇਮ, ਇੱਕ ਹੀ ਆਧਾਰ ਹੈਗਾ ਆ ਤੇ ਇੱਕ ਹੀ ਸਮਾਂਤਰ ਰੇਖਾਵਾਂ। ਸਮਾਂਤਰ ਰੇਖਾਵਾਂ ਕਿਹੜੀਆਂ ਹੈਗੀਆਂ? AB ਅਤੇ ਦੂਜੀ ਸਮਾਂਤਰ ਰੇਖਾ ਹੈਗੀ ਆ P ਤੇ Q। ਇਹਨਾਂ ਦੋਵਾਂ ਦੇ ਵਿਚਕਾਰ ਹੀ ਸਾਡੀਆਂ ਤਿੰਨ ਆਕ੍ਰਿਤੀਆਂ ਆ, ਪਹਿਲੀ, ਦੂਜੀ ਤੇ ਤੀਜੀ। ਠੀਕ ਹੈ, ਇਹੀ ਕਨਸੈਪਟ ਹੈਗਾ ਜਿਹੜਾ ਅੱਜ ਅਸੀਂ ਇੰਟਰੋਡਕਸ਼ਨ 'ਚ ਕਰਨਾ ਆ। ਉਹ ਵਾਲੀਆਂ ਫਿਗਰਸ ਜਿਹੜੀਆਂ ਜਿਨ੍ਹਾਂ ਦਾ ਸੇਮ ਆਧਾਰ ਹੈਗਾ ਹੈ ਅਤੇ ਜਿਹੜੀਆਂ ਸੇਮ ਪੈਰਲਲ ਲਾਈਨਸ ਦੇ ਵਿਚਕਾਰ ਨੇ। ਠੀਕ ਹੈ, ਜਿੱਦਾਂ ਇਸ ਡਾਇਗਰਾਮ 'ਚ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ। ਠੀਕ ਹੈ, ABCD ਪੈਰਲਲੋਗ੍ਰਾਮ ਹੈਗਾ ਆ, ਆਇਤ ਵੀ ਹੈਗਾ ਹੈ, ਟਰਾਇੰਗਲਸ ਦੋ ਨੇ, ਉਹ ਵੀ ਕਿਹਦੇ ਵਿੱਚ ਨੇ? ਇਹਨਾਂ ਦੋਵਾਂ ਲਾਈਨਸ ਦੇ ਵਿੱਚ ਨੇ। ਹੁਣ ਇੱਕ ਆਪਾਂ ਚੈਪਟਰ ਦਾ ਕੁਐਸਚਨ ਕਰਨ ਜਾ ਰਹੇ ਹਾਂ। ਕੁਐਸਚਨ ਦੇ ਵਿੱਚ ਹੈਗਾ ਹੈ ਕਿ ਕਿਹੜੇ ਕਿਹੜੇ ਫਿਗਰਸ ਦੇ ਵਿੱਚ ਜਿਹੜੇ ਹੈਗੇ ਸੇਮ ਆਧਾਰ 'ਤੇ ਹੈਗੇ ਨੇ ਅਤੇ ਸੇਮ ਪੈਰਲਲ ਲਾਈਨਸ ਦੇ ਵਿਚਕਾਰ ਨੇ। ਹੁਣ ਦੇਖੋ, ਪਹਿਲਾ ਜਿਹੜਾ ਹੈਗਾ ਆ DC ਸਾਡੀ ਆਧਾਰ ਬਣ ਗਈ ਹੈ, ਦਿਸ ਇਜ਼ ਅਵਰ ਬੇਸ। ਠੀਕ ਹੈ ਜੀ, ਹੁਣ ਦੋ ਹੈਗੇ ਟ੍ਰੈਪੀਜ਼ੀਅਮ ABCD ਅਤੇ ਟਰਾਇੰਗਲ ਕਿਹੜਾ ਹੈਗਾ ਆ? PDC। ਇਹ ਦੋਵੇਂ ਜਿਹੜੇ ਹੈਗੇ ਸੇਮ ਆਧਾਰ BC 'ਤੇ ਨੇ ਅਤੇ ਦੋ ਸਮਾਂਤਰ ਰੇਖਾਵਾਂ ਕਿਹੜੀਆਂ ਆ ਰਹੀਆਂ? DC ਤੇ AB। ਠੀਕ ਹੈ ਜੀ, ਆਹ ਵਾਲੀ ਤੇ ਆਹ ਵਾਲੀ, ਇਹਨਾਂ ਦੋਵਾਂ ਦੇ ਵਿਚਕਾਰ ਨੇ। ਇਹੀ ਚੀਜ਼ ਜਿਹੜੀ ਹੈਗੀ ਤੁਹਾਡੀ ਪਹਿਲੇ ਪੁਆਇੰਟ 'ਚ ਲਿਖੀ ਆ। ਦੂਜਾ ਡਾਇਗਰਾਮ ਦੇਖੋ, ਦੋ ਆਕ੍ਰਿਤੀਆਂ ਨੇ, ਇੱਕ ਹੈਗੀ ਆ ਆਹ ਵਾਲੀ ਟ੍ਰੈਪੀਜ਼ੀਅਮ ਜਿਹਨੂੰ ਆਪਾਂ ਕਹਿੰਦੇ ਸਮਲਮ ਚਤੁਰਭੁਜ। ਠੀਕ ਹੈ, ਇੱਕ ਦੂਜੀ ਹੋਰ ਡਾਇਗਰਾਮ ਹੈਗੀ ਆ ਜਿਹੜੀ ਕਿ
PQ ਆ ਵਾਲੀ ਹੈਗੀ ਹੈ ਨਾ, ਆ ਪਿੱਛੇ ਹੈਗੀ ਆ ਬਟ ਇਹਦੇ ਉੱਪਰ ਹੀ ਹੈਗੀ ਆ, ਇਹਨੂੰ ਕਵਰ ਹੀ ਕਰ ਲਾਂਗੇ ਆਪਾਂ, ਠੀਕ ਹੈ। ਦੋ ਆਕ੍ਰਿਤੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਆਧਾਰ ਸੇਮ ਹੈਗਾ SR, ਪਰ ਜਿਹੜਾ M ਤੇ N ਪੁਆਇੰਟ ਹੈਗਾ ਆ ਉਹ ਜਿਹੜਾ ਹੈਗਾ PQ ਪੁਆਇੰਟ ਤੇ ਨਹੀਂ ਹੈਗਾ, ਜਿਹੜੀ ਲਾਈਨ ਉੱਪਰ ਸਮਾਂਤਰ ਸੀਗੀ ਉਹਦੇ ਉੱਤੇ ਹੋਣੇ ਜ਼ਰੂਰੀ ਸੀਗੇ, ਠੀਕ ਹੈ। ਇਸ ਕਰਕੇ ਤੁਸੀਂ ਲਿਖਣਾ ਆ ਕਿ ਜਿਹੜੀ ਸਮਲੰਬ ਚਤੁਰਭੁਜ ਹੈਗਾ ਆ ਉਹ ਆਧਾਰ ਤੇ ਉਹਨਾਂ ਦਾ ਬਰਾਬਰ ਹੈਗਾ ਆ, ਪੈਰਲੈਲੋਗ੍ਰਾਮ ਜਿਹੜੇ ਹੈਗੇ PQRS ਤੇ SMNR ਉਹ ਸੇਮ ਬੇਸ ਤੇ ਹੈਗੇ SR ਤੇ, ਪਰ ਦੋ ਸਮਾਂਤਰ ਰੇਖਾਵਾਂ ਦੇ ਵਿਚਕਾਰ ਨਹੀਂ ਹੈਗੇ। ਇਹ ਦੂਜੇ ਪੁਆਇੰਟ 'ਚ ਤੁਸੀਂ ਲਿਖਣਾ ਹੈ। ਤੀਜਾ ਪੁਆਇੰਟ ਦੇਖ ਲਈਏ। ਹੁਣ ਇਸ ਕੇਸ ਦੇ ਵਿੱਚ ਤੁਸੀਂ ਆਧਾਰ ਇਹਨੂੰ QR ਨੂੰ ਮੰਨ ਲੈਣਾ, ਠੀਕ ਹੈ। ਤੇ ਦੋ ਸਮਾਂਤਰ ਰੇਖਾਵਾਂ ਕਿਹੜੀਆਂ ਆ ਗਈਆਂ PS ਅਤੇ QR, ਠੀਕ ਹੈ। ਇੱਕ ਡਾਇਗਰਾਮ ਤੁਹਾਡੀ ਬਣ ਰਹੀ ਹੈ ਇੱਕ ਟਰਾਇੰਗਲ ਆ ਵਾਲਾ, ਇੱਕ ਪੂਰਾ ਦਾ ਪੂਰਾ ਸਮਾਂਤਰ ਚਤੁਰਭੁਜ PQRS, ਇਹ ਦੋਵੇਂ ਜਿਹੜੇ ਹੈਗੇ ਇੱਕ ਹੀ ਆਧਾਰ ਤੇ ਨੇ ਤੇ ਦੋ ਸਮਾਂਤਰ ਰੇਖਾਵਾਂ ਦੇ ਵਿਚਕਾਰ ਨੇ। ਐਕਸਰਸਾਈਜ਼ 9.1 ਦਾ ਬੱਚਿਓ ਇਹ ਤੁਹਾਡਾ ਕੁਐਸਚਨ ਹੈਗਾ ਆ, ਸਾਰਿਆਂ ਨੇ ਕੰਪਲੀਟ ਕਰਕੇ ਆਪਣੀ ਕਾਪੀ ਤੇ ਲਿਖ ਲੈਣਾ। ਅੱਜ ਦੀ ਅਸਾਈਨਮੈਂਟ ਦੇ ਵਿੱਚ ਇੰਨਾ ਹੀ ਕਰਨਾ ਆ। ਦੋ ਕੁਐਸਚਨ ਜਿਹੜੇ ਹੈਗੇ ਅਸੀਂ ਵੀਕ ਲਰਨਿੰਗ ਆਊਟਕਮਸ ਦੇ ਕਰਨ ਲੱਗੇ ਆ। ਹੁਣ ਉਹ ਕੁਐਸਚਨ ਕੀ ਹੈਗਾ, ਕਹਿੰਦੇ ਦ ਗ੍ਰਾਫ ਆਫ ਦ ਲਾਈਨ, ਮਿੰਟ ਜਰਾ, ਦ ਗ੍ਰਾਫ ਆਫ ਦ ਲੀਨੀਅਰ ਇਕੁਏਸ਼ਨ, ਲੀਨੀਅਰ ਹੈਗਾ ਇਹ ਰੇਖੀ ਸਮੀਕਰਨ ਕਿਉਂਕਿ x ਦੀ ਡਿਗਰੀ ਤੇ y ਦੀ ਡਿਗਰੀ ਮੈਕਸਿਮਮ ਇੱਥੇ 1 ਆ ਰਹੀ ਹੈ, ਕੱਟਸ ਦ y ਐਕਸਿਸ, ਠੀਕ ਹੈ। ਕਿਸ ਪੁਆਇੰਟ ਤੇ ਕੱਟੇਗਾ, ਦੇਖੋ ਜਦੋਂ ਵੀ ਤੁਹਾਨੂੰ ਇੱਦਾਂ ਦਾ ਕੁਐਸਚਨ ਆਵੇ ਤੁਸੀਂ ਪਹਿਲਾਂ ਤਾਂ ਇਕੁਏਸ਼ਨ ਲਿਖ ਲੈਣੀ ਇਕੁਅਲਸ ਟੂ 2, ਠੀਕ ਹੈ। ਹੁਣ ਦੇਖੋ ਕੁਐਸਚਨ 'ਚ ਕੀ ਪੁੱਛਿਆ ਆ, ਕੁਐਸਚਨ 'ਚ ਪੁੱਛਿਆ ਕਿ y ਐਕਸਿਸ ਨੂੰ ਕਿੱਥੇ ਕੱਟ ਕਰ ਰਿਹਾ, ਜਦੋਂ ਵੀ y ਐਕਸਿਸ ਨੂੰ ਕੱਟ ਕਰਾਂਗੇ ਉਸ ਕੇਸ ਦੇ ਵਿੱਚ ਸਾਡਾ y ਦਾ ਪੁਆਇੰਟ ਜਿਹੜਾ ਹੈਗਾ ਆ, ਸਾਡਾ x ਦਾ ਪੁਆਇੰਟ ਜਿਹੜਾ ਹੈਗਾ ਬੱਚਿਓ 0 ਆਏਗਾ। ਕੋਈ ਵੀ ਪੁਆਇੰਟ ਜਿਹੜਾ ਆਪਾਂ y ਐਕਸਿਸ ਤੇ ਲੈਨੇ ਉਹ ਸਾਡਾ 0 y ਦੀ ਫਾਰਮ 'ਚ ਹੁੰਦਾ ਆ, ਕੋਈ ਵੀ ਪੁਆਇੰਟ ਜਦੋਂ ਆਪਾਂ x ਐਕਸਿਸ ਤੇ ਲੈਨੇ ਉਹ ਸਾਡਾ x ਤੇ 0 ਫਾਰਮ ਦੇ ਵਿੱਚ ਹੁੰਦਾ। ਇਸ ਕਰਕੇ ਦੇਖੋ x ਇੱਥੇ 0 ਆ, ਤੁਸੀਂ ਕੀ ਕਰਨਾ, ਸਿੰਪਲੀ ਇਹਨੂੰ x ਦੀ ਜਗ੍ਹਾ ਤੇ 0 ਪੁੱਟ ਕਰ ਲੈਣਾ, 2y ਤੇ ਇਹਦੇ 'ਚੋਂ ਤੁਸੀਂ y ਦੀ ਵੈਲਿਊ ਕੱਢ ਲੈਣੀ, 2y ਦੀ ਵੈਲਿਊ 2 ਦੇ ਬਰਾਬਰ ਆ ਗਈ ਤੇ y ਦੀ ਵੈਲਿਊ ਕਿਹਦੇ ਬਰਾਬਰ ਆ ਜਾਏਗੀ, 2y ਆ, 2 ਜਿਹੜਾ ਦੂਜੇ ਪਾਸੇ ਚਲਾ ਗਿਆ, ਇੱਥੇ ਗੁਣਾ 'ਚ ਸੀਗਾ ਦੂਜੇ ਪਾਸੇ ਭਾਗ 'ਚ ਹੋ ਗਿਆ ਤੇ y ਦੀ ਵੈਲਿਊ ਕੀ ਆ ਗਈ ਤੁਹਾਡੇ ਕੋਲ 1। ਇਹਦਾ ਮਤਲਬ ਜਿਹੜਾ ਰੇਖੀ ਸਮੀਕਰਨ ਸੀਗਾ ਉਹਨੇ y ਐਕਸਿਸ ਨੂੰ ਕਿਹੜੇ ਪੁਆਇੰਟ ਤੇ ਕੱਟਿਆ, x ਦਾ ਤੇ ਪੁਆਇੰਟ 0 ਆਣਾ ਸੀਗਾ ਤੇ y ਦਾ ਤੁਹਾਡਾ ਪੁਆਇੰਟ ਕੀ ਆਏਗਾ 1, ਕਿਉਂਕਿ y ਦੀ ਵੈਲਿਊ ਤੁਹਾਡੀ ਕੀ ਨਿਕਲੀ ਹੈਗੀ ਆ 1, ਠੀਕ ਹੈ। ਇਸੇ ਤਰ੍ਹਾਂ ਜੇ ਤੁਹਾਨੂੰ x ਐਕਸਿਸ ਪੁੱਛਿਆ ਹੁੰਦਾ ਉਸ ਕੇਸ ਦੇ ਵਿੱਚ ਤੁਸੀਂ y ਨੂੰ ਪੁੱਟ ਕਰ ਲੈਣਾ ਸੀਗਾ 0, ਠੀਕ ਹੈ। ਆ ਦੇਖੋ ਜਿੱਦਾਂ ਜੇ ਮੈਂ ਪੁੱਛਾਂ ਕਿ ਇਹੀ ਜਿਹੜੀ ਇਕੁਏਸ਼ਨ ਹੈਗੀ ਆ ਲੀਨੀਅਰ ਇਕੁਏਸ਼ਨ ਜਿਹੜੀ ਹੈਗੀ x ਐਕਸਿਸ ਨੂੰ ਕਿੱਥੇ ਕੱਟੇਗੀ, x ਐਕਸਿਸ ਨੂੰ ਉਹ ਕਿੱਥੇ ਕੱਟੇਗੀ, ਇੱਥੇ ਕਿਤੇ ਨਾ, ਜਿੱਥੇ ਵੀ ਕੱਟੇਗੀ ਉਸ ਕੇਸ ਦੇ ਵਿੱਚ ਮੇਰਾ ਪੁਆਇੰਟ ਕੀ ਆਏਗਾ, x 0 ਹੁੰਦਾ, ਉਸ ਕੇਸ ਦੇ ਵਿੱਚ ਤੁਸੀਂ y ਨੂੰ 0 ਪੁੱਟ ਕਰ ਦੇਣਾ, ਜਿਹਦਾ x ਪਲੱਸ 2 ਗੁਣਾ ਕੀ ਕਰ ਦੋਗੇ 0 ਬਰਾਬਰ 2, ਇਹਦਾ ਮਤਲਬ x ਜੋੜ 0 ਬਰਾਬਰ 2 ਆ ਗਿਆ, ਇਹਦਾ ਮਤਲਬ x ਦੀ ਵੈਲਿਊ 2 ਆ ਗਈ। ਉਸ ਕੇਸ ਦੇ ਵਿੱਚ ਕਿੱਥੇ ਕੱਟੇਗੀ 2 ਤੇ 0 ਤੇ, ਠੀਕ ਹੈ। ਸਮਝ ਆਇਆ ਕੁਐਸਚਨ, ਦੇਖੋ ਕੁਐਸਚਨ ਸਮਝ ਆਉਣਾ ਜ਼ਰੂਰੀ ਹੈ, ਜੇ ਕੰਸੈਪਟ ਕਲੀਅਰ ਹੋ ਗਿਆ ਤੇ ਕੁਐਸਚਨ ਭਾਵੇਂ ਗੋਲ ਮੋਲ ਕਰਕੇ ਜਿਹੜਾ ਮਰਜ਼ੀ ਆ ਜਾਏ ਤੁਸੀਂ ਕਰ ਪਾਓਗੇ। ਦੂਜਾ ਕੁਐਸਚਨ ਕਰ ਲਈਏ ਫਟਾਫਟ। ਦ ਸੋਲਿਊਸ਼ਨ ਆਫ ਦ ਇਕੁਏਸ਼ਨ ਦਿਸ ਇਜ਼, ਹੁਣ ਇਹਦਾ ਸੋਲਿਊਸ਼ਨ ਅਸੀਂ ਪਤਾ ਕਰਨਾ ਹੈ। ਕਿਸੇ ਵੀ ਸਮੀਕਰਨ ਦਾ ਸੋਲਿਊਸ਼ਨ ਜਦੋਂ ਅਸੀਂ ਚੈੱਕ ਕਰਨਾ ਸੀ ਬਾਈ ਟਰਾਈ ਕਰਾਂਗੇ ਹਰ ਇੱਕ ਪੁਆਇੰਟ ਨੂੰ, ਠੀਕ ਹੈ। ਜਿਹਦਾ ਪਹਿਲਾ ਪੁਆਇੰਟ ਹੈਗਾ 0 2, ਇਕੁਏਸ਼ਨ ਲਿਖ ਲਈਏ x ਮਾਈਨਸ 2y ਬਰਾਬਰ 4, ਪਹਿਲਾ ਪੁਆਇੰਟ ਪੁੱਟ ਕਰਕੇ ਵੇਖੀਏ x ਦੀ ਜਗ੍ਹਾ ਤੇ 0 y ਦੀ ਜਗ੍ਹਾ ਤੇ 2, x ਦੀ ਜਗ੍ਹਾ ਤੇ 0 y ਦੀ ਜਗ੍ਹਾ ਤੇ 2 ਪੁੱਟ ਕਰਕੇ ਦੇਖੀਏ ਭਲਾ ਆਨਸਰ ਆਉਂਦਾ ਆ। LHS ਮੇਰਾ RHS ਦੇ ਬਰਾਬਰ ਹੋਣਾ ਚਾਹੀਦਾ। ਇਸ ਕੇਸ ਦੇ ਵਿੱਚ ਕੀ ਆ ਗਿਆ -4 ਬਰਾਬਰ 4, ਹੁਣ -4 ਤੇ 4 ਦੇ ਬਰਾਬਰ ਨਹੀਂ ਹੁੰਦਾ, ਇਸ ਕਰਕੇ ਪੁਆਇੰਟ ਗਲਤ ਹੋ ਗਿਆ। ਇਟ ਮੀਨਸ ਪਹਿਲਾ ਪੁਆਇੰਟ ਜਿਹੜਾ ਮੇਰਾ ਹੈਗਾ ਗਲਤ ਹੋ ਗਿਆ। ਉਸੇ ਤਰ੍ਹਾਂ ਆਪਾਂ ਦੂਜਾ ਚੈੱਕ ਕਰਾਂਗੇ, ਠੀਕ ਹੈ। ਦੂਜਾ ਪੁਆਇੰਟ ਹੈਗਾ 2 0, ਠੀਕ ਹੈ। ਦੁਬਾਰਾ ਕਰਦੇ ਹਾਂ 2 0, ਮੈਂ ਦੁਬਾਰਾ ਇਕੁਏਸ਼ਨ ਲਿਖਦੀ, x ਦੀ ਜਗ੍ਹਾ ਤੇ 2 ਲਿਖਣਾ ਮਾਈਨਸ y ਦੀ ਜਗ੍ਹਾ ਤੇ 0 ਲਿਖਣਾ। ਇੱਕ ਚੈੱਕ ਕਰੀਏ ਕਿ 4 ਦੇ ਬਰਾਬਰ ਆ ਰਿਹਾ, ਚੈੱਕ ਕਰੋ ਜਰਾ, 2 ਮਾਈਨਸ 2 ਗੁਣਾ 0 0 ਆ ਗਿਆ, ਇਹ 4 ਦੇ ਬਰਾਬਰ, ਇਟ ਮੀਨਸ 2 ਮਾਈਨਸ 0 2, ਕੀ 2 4 ਦੇ ਬਰਾਬਰ ਹੁੰਦਾ, ਨਹੀਂ ਹੁੰਦਾ, ਇਸ ਕਰਕੇ ਇਹ ਵਾਲਾ ਪੁਆਇੰਟ ਵੀ ਸਾਡਾ ਗਲਤ ਆ ਗਿਆ। ਤੀਜਾ ਪੁਆਇੰਟ ਲਈਏ 4 ਤੇ 0, ਇਹ ਚੈੱਕ ਕਰ ਲਈਏ ਫਟਾਫਟ, ਬਰਾਬਰ 4, x ਦੀ ਜਗ੍ਹਾ ਤੇ ਮੈਂ ਲੈਣਾ ਹੈਗਾ 4 ਤੇ y ਦੀ ਜਗ੍ਹਾ ਤੇ ਮੈਂ ਲੈਣਾ ਹੈਗਾ 0, ਚੈੱਕ ਕਰੀਏ ਜਰਾ, 4 ਮਾਈਨਸ 2 ਗੁਣਾ 0 0 ਆ ਗਿਆ ਬਰਾਬਰ 4, ਇਹਦਾ ਮਤਲਬ 4 ਬਰਾਬਰ ਕੀ ਆ ਗਿਆ 4। ਇਟ ਮੀਨਸ LHS ਜਿਹੜਾ ਮੇਰਾ ਹੈਗਾ ਸੱਜਾ ਪਾਸਾ ਮੇਰਾ ਖੱਬੇ ਪਾਸੇ ਦੇ ਬਰਾਬਰ ਆ ਗਿਆ। ਇਟ ਮੀਨਸ ਜਿਹੜਾ ਤੀਜਾ ਪੁਆਇੰਟ ਹੈਗਾ ਬੱਚਿਓ ਉਹ ਜਿਹੜੀ ਮੇਰੀ ਸਮੀਕਰਨ ਹੈਗੀ ਆ ਇਹਦਾ ਕੀ ਆ ਗਿਆ, ਸੋਲਿਊਸ਼ਨ ਆ ਗਿਆ, ਠੀਕ ਹੈ। C ਆਪਸ਼ਨ ਜਿਹੜੀ ਹੈਗੀ ਤੁਸੀਂ ਇਹਨੂੰ ਚੂਜ਼ ਕਰ ਲੈਣਾ।
ठीक है स्टूडेंट्स, होप सो तुहानू असाइनमेंट जिहड़ी हैगी वो समझ आ गई है। नवा चैप्टर शुरू होया आ, जोमैट्री का चैप्टर हैगा आ, ठीक है। मैं कोशिश पूरी करूँगी कि तुहानू चंगे तरीके नाल समझ आवे, क्योंकि जोमैट्री जिहड़ी हैगी एक बारी समझ आ जाए फिर ही वो इंटरस्टिंग लगती है, नहीं तो ये बहुत जिहड़ा हैगा आ डल जिहा टॉपिक लगता है। ठीक है स्टूडेंट्स, फिर भी तुहानू जे कोई क्लैरिटी नहीं हुई है तुसीं मैनू भी पुछ सकदे हो कमेंट सैक्शन दे विच, तुसीं अपने टीचर्स नू भी पुछ सकदी हो। ठीक है बच्चों, ओके बाय बाय।